हेलो नर्सिंग ऑफिसर्स, वेलकम बैक टू माई चैनल पंजाब नर्सिंग ऑफिसर्स। सो अज की वीडियो विच असी गल करांगे ਉਹ ਇੰਪੋਰਟੈਂਟ ਕੁਐਸਚਨ ਜਿਹੜੇ ਕਿ ਬਾਬਾ ਫਰੀਦਕੋਟ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਸਟਾਫ ਨਰਸ ਵੈਕੈਂਸੀ ਅਤੇ ਪੀਜੀਆਈ ਚੰਡੀਗੜ੍ਹ ਪੋਸਟ ਬੇਸਿਕ ਐਂਟਰੈਂਸ ਵਿੱਚ ਪੁੱਛੇ ਗਏ ਨੇ। ਸੋ ਚੱਲਦੇ ਹਾਂ ਆਪਾਂ ਅੱਜ ਦੇ ਕੁਐਸਚਨ ਦੇ ਨਾਲ। ਸੋ ਅੱਜ ਦਾ ਕੁਐਸਚਨ ਹੈ CPR and defibrillation should be initiated in a kind of arrhythmia. Option A arterioventricular block, option B premature ventricular contraction, option C arterial fibrillation, option D ventricular fibrillation. So CPR ਤੇ defibrillation ਅਸੀਂ ਕਦੋਂ ਸ਼ੁਰੂ ਕਰਦੇ ਹਾਂ? ਇਸ ਦਾ ਰਾਈਟ ਆਨਸਰ ਹੈ option D ventricular fibrillation. So ventricular fibrillation ਚ ਹੁੰਦਾ ਕੀ ਹੈ ਕਿ ਜੋ ventricles ਨੇ ਉਹ abnormal rhythm ਤੇ ਜ਼ਿਆਦਾ ਰੇਟਸ ਨਾਲ ਕੰਟਰੈਕਟ ਕਰਦੇ ਨੇ। ਠੀਕ ਹੈ, ਉਹਨਾਂ ਦਾ ਏਟਰੀਅਮ ਦੇ ਨਾਲ ਅਨਸਿੰਕਰੋਨਾਈਜ਼ ਮੈਨਰ ਚ ਕੰਮ ਕਰਨ ਲੱਗ ਜਾਂਦੇ ਨੇ, ਮਤਲਬ ਬਹੁਤ ਰੈਪਿਡ ਰੇਟ ਤੇ ਉਹ ਕੰਟਰੈਕਟ ਕਰਦੇ ਨੇ। ਸੋ ਜਿਸ ਦੇ ਕਾਰਨ ਕੀ ਹੁੰਦਾ ਹੈ ਕਿ ਜਦੋਂ ਬਹੁਤ ਜਲਦੀ ਕੰਟਰੈਕਟ ਕਰਨਗੇ, ਜਿਸ ਦੇ ਨਾਲ ਕੀ ਹੋਵੇ ਵੈਂਟਰੀਕਲਸ ਪੂਰੀ ਤਰ੍ਹਾਂ ਫਿਲ ਨਹੀਂ ਹੋਣਗੇ, ਤੇ ਜਦੋਂ ਫਿਲ ਨਹੀਂ ਹੋਣਗੇ ਤੇ ਉਹ ਇੰਨੀ ਸਪੀਡ ਨਾਲ ਕੰਟਰੈਕਟ ਕਰਨਗੇ, ਬਹੁਤ ਜ਼ਿਆਦਾ ਸਪੀਡ ਨਾਲ ਕੰਟਰੈਕਟ ਕਰਨਗੇ ਤੇ ਜਿਹੜੀ ਬਲੱਡ ਸਪਲਾਈ ਹੈ ਬਾਕੀ ਬੋਡੀ ਨੂੰ ਪ੍ਰੋਪਰ ਨਹੀਂ ਮਿਲੇਗੀ, ਤੇ ਜਿਸ ਦੇ ਕਰਕੇ ਕੀ ਹੋਏਗਾ ਪੇਸ਼ੈਂਟ ਦੀ ਸਡਨ ਕਾਰਡਿਕ ਅਰੈਸਟ ਹੋ ਸਕਦਾ ਪੇਸ਼ੈਂਟ ਨੂੰ। ਸੋ ਗੱਲ ਕਰਦੇ ਹਾਂ ਆਪਾਂ ਅਦਰਸ ਆਪਸ਼ਨ। ਆਰਟੀਰੀਓ ਵੈਂਟਰੀਕੂਲਰ ਬਲੌਕ ਕੀ ਹੈ? ਇਸ ਵਿੱਚ ਕੀ ਹੁੰਦਾ ਹੈ ਕਿ ਕੰਡਕਸ਼ਨ ਸਿਸਟਮ 'ਚ ਦਿੱਕਤ ਹੁੰਦੀ ਹੈ ਏਟਰੀਅਮ ਟੂ ਵੈਂਟਰੀਕੂਲਰ, ਤੇ ਇਸ ਦਾ ਟ੍ਰੀਟਮੈਂਟ ਕੀ ਹੈ? ਇਸ 'ਚ ਆਪਾਂ ਪੇਸ ਮੇਕਰ ਪਾਉਂਦੇ ਆ। ਸਾਡੀ ਨੈਕਸਟ ਆਪਸ਼ਨ ਸੀਗੀ ਪ੍ਰੀਮੈਚੁਰ ਵੈਂਟਰੀਕੂਲਰ ਕੰਟਰੈਕਸ਼ਨ। ਇਸ ਵਿੱਚ ਕੀ ਹੁੰਦਾ ਹੈ ਕਿ ਇੱਕ ਐਕਸਟਰਾ ਹਾਰਟ ਬੀਟ ਸਟਾਰਟ ਹੁੰਦੀ ਹੈ ਵਨ ਆਫ ਦੀ ਵੈਂਟਰੀਕੂਲਰ, ਚਾਹੇ ਉਹ ਰਾਈਟ ਹੋਵੇ ਜਾਂ ਲੈਫਟ ਹੋਏ। ਜੋ ਪ੍ਰੀਮੈਚੁਰ ਵੈਂਟਰੀਕੂਲਰ ਕੰਟਰੈਕਸ਼ਨ ਹੈ ਇਸ ਯੂਜ਼ਲੀ ਟ੍ਰੀਟਮੈਂਟ ਦੀ ਲੋੜ ਨਹੀਂ ਹੁੰਦੀ ਹੈ, ਠੀਕ ਹੈ, ਅਨਲੈਸ ਇਹ ਕੋਈ ਸਿੰਪਟਮ ਪ੍ਰੋਡਿਊਸ ਕਰੇ। ਔਰ ਨੈਕਸਟ ਆਪਸ਼ਨ ਸੀਗੀ ਸਾਡੀ ਆਰਟੀਰੀਅਲ ਫਿਬ੍ਰਿਲੇਸ਼ਨ। ਆਰਟੀਰੀਅਲ ਫਿਬ੍ਰਿਲੇਸ਼ਨ ਦਾ ਮਤਲਬ ਕੀ ਹੈ? ਯੂਜ਼ਲੀ ਕੀ ਹੁੰਦਾ ਹੈ ਕਿ ਜਿਹੜੇ ਏਟਰੀਅਮ ਔਰ ਵੈਂਟਰੀਕਲ ਹੈ ਉਹ ਇੱਕ ਸਿੰਕਰੋਨਾਈਜ਼ ਵੇ ਚ ਕੰਮ ਕਰਦੇ ਆ। ਇਸ ਚ ਕੀ ਹੁੰਦਾ ਹੈ ਕਿ ਏਟਰੀਅਮ ਜੋ ਏਟਰੀਅਮ ਹੈ ਉਹ ਬੀਟ ਇਰੈਗੂਲਰ ਕਰਦਾ ਹੈ, ਮਤਲਬ ਏਟਰੀਅਮ ਰੈਪਿਡ ਸਪੀਡ ਨਾਲ ਬੀਟ ਕਰਦਾ ਹੈ, ਜਿਸ ਦੇ ਕਰਕੇ ਕੀ ਹੁੰਦਾ ਹੈ ਕਿ ਕਲੌਟਸ ਫਾਰਮ ਹੁੰਦੇ ਨੇ। ਠੀਕ ਹੈ, ਤੇ ਪੇਸ਼ੈਂਟ ਨੂੰ ਪੈਲਪੀਟੇਸ਼ਨ, ਕਲੌਟਸ, ਬ੍ਰੈਥਲੈਸਨੈਸ, ਚੈਸਟ ਪੇਨ ਹੋਏਗੀ। ਤੇ ਇਸ ਵਿੱਚ ਟ੍ਰੀਟਮੈਂਟ ਕੀ ਹੈ ਕਿ ਆਪਾਂ ਮੈਡੀਸਿਨ ਦਿੰਦੇ ਆ ਹਾਰਟ ਰੇਟ ਨੂੰ ਸਲੋ ਕਰਨ ਲਈ ਤੇ ਕਲੌਟਸ ਨੂੰ ਡਿਸੋਲਵ ਕਰਨ ਲਈ ਜਾਂ ਕਲੌਟ ਫਾਰਮੇਸ਼ਨ ਨੂੰ ਰੋਕਣ ਲਈ। ਸੋ ਕੁਐਸਚਨ ਵਿੱਚ ਸਾਨੂੰ ਕੀ ਪੁੱਛਿਆ ਗਿਆ ਸੀ? CPR ਤੇ ਡੀਫਿਬ੍ਰਿਲੇਸ਼ਨ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹ ਬਹੁਤ ਵਾਰ ਪੁੱਛਿਆ ਗਿਆ ਹੈ। CPR ਤੇ ਡੀਫਿਬ੍ਰਿਲੇਸ਼ਨ ਅਸੀਂ ਕਿਸ ਚੀਜ਼ 'ਚ ਯੂਜ਼ ਕਰਦੇ ਹਾਂ? ਵੈਂਟਰੀਕੂਲਰ ਫਿਬ੍ਰਿਲੇਸ਼ਨ। ਐਗਜ਼ਾਮੀਨਰ ਇਸ ਕੁਐਸਚਨ ਨੂੰ ਦੂਸਰੇ ਤਰੀਕੇ ਨਾਲ ਵੀ ਪੁੱਛ ਸਕਦਾ ਹੈ ਕਿ ਵੈਂਟਰੀਕੂਲਰ ਫਿਬ੍ਰਿਲੇਸ਼ਨ ਹੈ ਇੱਕ ਪੇਸ਼ੈਂਟ ਨੂੰ, ਤਾਂ ਤੁਸੀਂ ਕੀ ਕਰੋਗੇ? ਇਮੀਡੀਏਟ ਆਪਾਂ ਕੀ ਕਰਾਂਗੇ? ਆਪਾਂ CPR ਸਟਾਰਟ ਕਰਾਂਗੇ ਤੇ ਅਰੇਂਜ ਕਰਾਂਗੇ ਡੀਫਿਬ੍ਰਿਲੇਟਰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਸੀਵੀਅਰ ਡਿਸਨੀਆ, ਔਰਥੋਨੀਆ, ਸੀਵੀਅਰ ਡਿਸਨੀਆ, ਔਰਥੋਪੀਨੀਆ, ਪੈਲਰ, ਟੈਕੀਕਾਰਡੀਆ, ਫਰੋਦੀ ਬਲੱਡ ਟਿੰਗ, ਸਪੂਟਮ is seen in option A left heart failure, option B right heart failure, option C pulmonary edema, option D congestive heart failure. So ਇਸ ਇੱਕ ਸਪੈਸੀਫਿਕ ਪੁਆਇੰਟ ਦਿੱਤਾ ਹੈ ਫਰੋਦੀ ਬਲੱਡ ਟਿੰਗ ਸਪੂਟਮ। ਸੋ ਇਹ ਕਿਸ ਚੀਜ਼ ਵਿੱਚ ਹੁੰਦਾ ਹੈ? ਪਲਮਨਰੀ ਐਡੀਮਾ। ਪਲਮਨਰੀ ਐਡੀਮਾ ਮੀਨਸ excess fluid in the lungs. So इसका एक specific feature है pink frothy sputum. So right answer is option C pulmonary edema. ਹੁਣ ਚੱਲਦੇ ਆਪਾਂ next question ਦੀ ਤਰਫ। Early manifestation of laryngeal cancer is option A stomatitis, option B hoarseness, option C dysphagia, option D airway obstruction. So laryngeal cancer ਦਾ early sign ਕੀ ਹੈ? option B hoarseness। ਠੀਕ ਹੈ, hoarseness of voice more than 3 weeks early manifestation ਹੈ। So ਆਪਾਂ focus ਕਰਨਾ ਹੈ question ਦੀ language ਤੇ। ਇਸ ਵਿੱਚ ਲਿਖਿਆ ਹੋਇਆ ਹੈ अर्ली मैनिफेस्टेशन। सो अर्ली मैनिफेस्टेशन होर्सनेस है। डिस्पेजिया, एयरवे ऑब्स्ट्रक्शन, स्टोमाटाइटिस ਇਹ लेटर स्टेजेस ਚ ਹੁੰਦਾ ਹੈ। स्टोमाटाइटिस ਕੀ ਹੈ? सोर और इन्फ्लेमेशन इनसाइड द माउथ। डिस्पेजिया ਕੀ है? डिफिकल्टी इन swallowing and airway obstruction, occlusion और narrowing of airway। ਹੁਣ ਚੱਲਦੇ ਆਪਾਂ नेक्स्ट क्वेश्चन ਦੀ ਤਰਫ। पैराडॉक्सियल रेस्पिरेशन इज most commonly seen in option A flail chest, option B obstructive airway disease, option C cardiac tamponade, option D congestive heart failure. So ਪਹਿਲਾਂ ਆਪਾਂ ਗੱਲ ਕਰਦੇ ਹਾਂ ਨਾਰਮਲ ਬਰੀਥਿੰਗ ਪੈਟਰਨ। ਨਾਰਮਲ ਬਰੀਥਿੰਗ ਪੈਟਰਨ ਚ ਕੀ ਹੁੰਦਾ ਹੈ ਕਿ ਜਦੋਂ ਪੇਸ਼ੈਂਟ ਇਨਸਪੀਰੇਸ਼ਨ ਕਰਦਾ ਹੈ ਤੇ ਚੈਸਟ ਵਾਲ ਐਕਸਪੈਂਡ ਹੁੰਦੀ ਹੈ, ਤੇ ਜਦੋਂ ਐਕਸਪਾਇਰੇਸ਼ਨ ਕਰਦਾ ਹੈ ਉਸ ਟਾਈਮ ਚੈਸਟ ਵਾਲ ਦੀ ਇਨਵਰਡ ਮੂਵਮੈਂਟ ਹੁੰਦੀ ਹੈ। ਪੈਰਾਡੌਕਸੀਅਲ ਰੈਸਪੀਰੇਸ਼ਨ ਚ ਕੀ ਹੁੰਦਾ ਹੈ ਕਿ ਜਦੋਂ ਪੇਸ਼ੈਂਟ ਇਨਸਪਾਇਰ ਕਰਦਾ ਹੈ ਉਦੋਂ ਚੈਸਟ ਵਾਲ ਇਨਵਰਡ ਮੂਵ ਕਰਦੀ ਹੈ ਤੇ ਐਕਸਪਾਇਰੇਸ਼ਨ ਦੇ ਟਾਈਮ ਆਊਟਵਰਡ। ਇਹ ਕਿਸ ਚੀਜ਼ ਵਿੱਚ ਹੁੰਦੀ ਹੈ? ਜਦੋਂ ਕੋਈ ਚੈਸਟ ਨੂੰ ਟਰੋਮਾ ਹੋ ਜਾਏ ਜਾਂ ਫਲੇਲ ਚੈਸਟ ਹੋਏ। ਸੋ ਆਪਸ਼ਨ A ਇਜ਼ ਦਾ ਰਾਈਟ ਆਨਸਰ। ਸੋ ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। अर्ली इंडिकेशन फॉर डेवलपमेंट ऑफ हाइपोकैल्सीमिया इज option A memory changes, option B tingling sensation in the fingers, option C ventricular dysrhythmia, option D depressed reflexes। ਸੋ ਜਦੋਂ ਕੈਲਸ਼ੀਅਮ ਦਾ ਲੈਵਲ ਘੱਟ ਹੋ ਜਾਏ ਤਾਂ ਕਿਹੜੇ-ਕਿਹੜੇ ਸਿੰਪਟਮ ਦੇਖਣ ਨੂੰ ਮਿਲਦੇ ਆ? ਸੋ अर्ली इंडिकेशन ਕੀ ਹੈ? option B
tingling sensation in the fingers, toes or periorbital region. So normal calcium ਦਾ ਲੈਵਲ ਕਿੰਨਾ ਹੁੰਦਾ ਹੈ 8 to 10। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਲਾਈਫ ਸਪੈਨ ਆਫ ਹਿਊਮਨ ਪਲੇਟਲੈਟਸ ਇਜ਼ ਆਪਸ਼ਨ A 10 to 12 minutes, option B 10 to 12 hours, option C 10 to 12 days, option D 10 to 12 months। so platelets ਦਾ ਲਾਈਫ ਸਪੈਨ ਕਿੰਨਾ ਹੁੰਦਾ ਹੈ option C 10 to 12 days। similarly next question ਹੈ ਲਾਈਫ ਸਪੈਨ ਆਫ ਹਿਊਮਨ RBCs। so option A 120 minutes, option B 120 hours, option C 120 days, option D 120 months। right answer is option C 120 days। ਹੁਣ ਚੱਲਦੇ ਆਪਾਂ next question ਦੀ ਤਰਫ। the human blood cells that are enucleated are option A RBCs, option B WBCs, option C platelets, option D both RBCs and platelets। so enucleation ਦਾ means क्या ਹੁੰਦਾ है? enucleated is a process in which nucleus is removed from the cell। so normally ਕੀ ਹੁੰਦਾ ਹੈ ਕਿ RBCs bone marrow ਚ synthesis ਹੁੰਦੀ ਹੈ, RBCs bone marrow ਵਿੱਚ synthesize ਹੁੰਦੇ ਨੇ। ਉਸ ਤੋਂ ਬਾਅਦ ਕੀ process ਹੁੰਦਾ ਹੈ enucleation ਚ ਉਹਨਾਂ ਦਾ nucleus remove ਹੁੰਦਾ ਹੈ। ਅਤੇ nucleus basically nucleus remove ਹੋਣ ਦਾ purpose ਕੀ ਹੈ? purpose ਹੈ ਕਿ ਜਦੋਂ nucleus remove ਹੋਏਗਾ ਤਾਂ ਜਿਹੜੀ ਸੈਲ ਦੇ ਇਨਸਾਈਡ ਵਾਲੀ ਸਪੇਸ ਹੋਏਗੀ ਉਹ ਅਵੇਲੇਬਲ ਹੋਏਗੀ ਹੀਮੋਗਲੋਬਿਨ ਲਈ ਤੇ ਆਕਸੀਜਨ ਲਈ, ਤਾਂ ਜ਼ਿਆਦਾ ਆਕਸੀਜਨ ਕੈਰੀ ਕਰ ਸਕਣਗੇ ਸੈਲ। तो right answer is RBCs। next question, a patient with liver failure having edema is most likely to receive option A diuretic, option B laxative, option C antibiotics, option D beta blocker। so ਆਪਾਂ question ਦੀ ਲੈਂਗੁਏਜ ਪੜ੍ਹਨੀ ਹੈ ਕਿ liver failure ਦਾ ਪੇਸ਼ੈਂਟ ਹੈ ਜਿਸ ਨੂੰ edema ਹੈ। so edema is strategic point। so edema ਵਾਲੇ ਪੇਸ਼ੈਂਟ ਨੂੰ ਆਪਾਂ ਕੀ ਦਿੰਨੇ ਆ option A diuretic ਵੀ specific use ਹੁੰਦੇ ਨੇ spironolactone and furosemide। ਜੋ spironolactone ਹੈ ਇਹ potassium sparing diuretic ਹੈ, means ਇਹ potassium retain ਕਰਦਾ ਹੈ, potassium ਨੂੰ excrete ਹੋਣ ਤੋਂ ਰੋਕਦਾ ਹੈ ਤੇ sodium ਤੇ water ਦੀ excretion ਕਰਦਾ ਹੈ। ਤੇ ਜਿਹੜਾ furosemide ਹੈ ਇਸ ਚ ਇੱਕ ਹੋਰ question ਬਣਦਾ ਹੈ ਕਿ ਜੋ furosemide ਹੈ ਉਹ kidney ਦੇ ਕਿਸ part ਤੇ ਜਾਂ loop of Henle ਦੇ ਕਿਸ part ਤੇ act ਕਰਦਾ ਹੈ। so right answer is ascending loop of Henle। ਇਹ ਬਹੁਤ ਵਾਰ question ਪੁੱਛਿਆ ਗਿਆ ਹੈ। so furosemide ਕਿਸ part ਤੇ act ਕਰਦਾ ਹੈ? ascending loop of Henle। so ਇਹ ਸੀ ਅੱਜ ਦੇ ਕੁਐਸਚਨ। ਐਵੇਂ ਦੇ ਹੀ ਬਹੁਤ ਇੰਪੋਰਟੈਂਟ ਕੁਐਸਚਨ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਥੈਂਕ ਯੂ।